कहो नानक जो साध संग पायो। कहो नानक जो साध संग पायो, तो फिर जन्म ना आवो। सच्चे पातशाह जी बचन करते ने कि जदों तो मैं साध संगत विच आया, साध संगत कीती, फिर की होया, उदू बाद मेरा जन्म मरण दा चक्कर कट्टिया गया। क्योंकि जन्म मरण ये संसार दुखां दा घर है गुरबाणी अनुसार। इसे करके साडा सिੱਖੀ ਦਾ मूल सिद्धांत ही ये है कि 84 ਲੱਖ ਜੂਨ ਵਿੱਚੋਂ बड़ी मुश्किल नाल मनुखा जन्म मिलिया। इस जन्म विच गुरु धार ਅਤੇ ਉਹ ਵੀ सच्चा गुरु धार। सो गुर करो जे साच दृढ़ावै। सच्चा गुरु धारण कर ਅਤੇ गुरु धारण करके गुरमंत्र लैके नाम जप कीर्तन कर, कथा सुन, फिर माड़े कर्म छड्ड ते चंगे कर्म ग्रहण कर। ये करके ते फिर अपना जन्म मरण दा चक्कर निवृत्त कर लै, अपने निज स्वरूप दे विच वापस समा जा। साध संगत ਦੇ ਵਿੱਚ ਆ ਕੇ ਕੀ ਹੁੰਦਾ, ਅਸੀਂ ਜਿਵੇਂ ਮੈਂ ਕੱਲ ਵੀ ਬੇਨਤੀ ਕੀਤੀ ਸੀ, ਮਾਨੁਖ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਉਹ ਕਿਵੇਂ ਹੁੰਦਾ ਤੇ ਕੀ ਹੁੰਦਾ। ਰਾਗ ਰਾਮਕਲੀ ਦੱਖਣੀ ਓਂਕਾਰ ਵਿੱਚ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਦੁਰਜਨ ਤੇ ਸਾਜਨ ਭਏ ਭੇਟੇ ਗੁਰ ਗੋਬਿੰਦ। ਗੋਬਿੰਦ ਰੂਪ ਗੁਰੂ ਸੀ, ਜਿਹੜਾ ਪ੍ਰਭੂ ਰੂਪ ਸਤਿਗੁਰੂ ਸੀ, ਉਹਨੂੰ ਮਿਲ ਕੇ ਫਿਰ ਕੀ ਹੋਇਆ, ਦੁਰ ਜਨ, ਦੁਰ ਦਾ ਭਾਵ ਹੁੰਦਾ ਮਾੜਾ, ਉਹਦੇ ਤੋਂ ਸਾਜਨ ਚੰਗੇ ਸੱਜਣ ਬਣ ਗਏ। ਜਿਵੇਂ ਉੱਥੇ ਸੀ ਨਾ, ਬਲਿਹਾਰੀ ਗੁਰੇ ਆਪਣੇ ਦਿਹਾੜੀ ਸਾਧਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਇੱਕ ਛਿੰਦ ਦੇ ਵਿੱਚ ਹੀ ਮੇਰੇ ਗੁਰੂ ਨੇ ਕਿਰਪਾ ਕੀਤੀ ਤੇ ਮੇਰੇ ਸਿਰ ਤੇ ਹੱਥ ਰੱਖਿਆ। ਨਿਤ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਇਹ ਗੁਰੂ ਦੀਆਂ ਅਪਾਰ ਸ਼ਕਤੀਆਂ ਨੇ। ਉਹ ਤੇ ਉਹਦੀ ਖੁਸ਼ੀ ਹੈ ਨਾ, ਥਾਪੀ ਦਿੰਦਾ ਕਿ ਨਹੀਂ ਦਿੰਦਾ। ਕੰਠ ਲਾਏ ਅਵਗਣ ਸਭ ਮੇਟੇ ਦਇਆਲ ਪੁਰਖ ਬਖਸ਼ੰਦ। ਸੋ ਮੇਰੇ ਗੁਰੂ ਨੇ ਮਨੁੱਖ ਤੋਂ ਦੇਵਤੇ ਕਰ ਦਿੱਤੇ। ਉਹ ਆਸਾ ਦੇ ਵਿੱਚ ਲਿਖਿਆ ਹੈ। ਇੱਥੇ ਸੱਚੇ ਪਾਤਸ਼ਾਹ ਜੀ ਨੇ ਰਾਮਕਲੀ ਦੱਖਣੀ ਦੇ ਵਿੱਚ ਲਿਖਿਆ, ਦੁਰਜਨ ਤੇ ਸਾਜਨ ਪਏ। ਭੈੜੇ ਮਨੁੱਖ ਤੋਂ ਚੰਗੇ ਮਨੁੱਖ ਹੋ ਗਏ। ਕਿਵੇਂ? ਪ੍ਰਭੂ ਰੂਪ ਗੁਰੂ ਨੂੰ ਮਿਲ ਕੇ। ਤੇ ਬਈ ਪ੍ਰਭੂ ਰੂਪ ਗੁਰੂ ਨੂੰ ਮਿਲ ਕੇ ਆਪਾਂ ਕਿਵੇਂ ਹੋਵਾਂਗੇ ਚੰਗੇ ਮਨੁੱਖ? ਜੇ ਗੁਰੂ ਦਾ ਉਪਦੇਸ਼ ਕਮਾਵਾਂਗੇ। ਸਤਿਗੁਰ ਬਚਨ ਕਮਾਵਣੇ। ਜੇ ਆਪਾਂ ਕਿਸੇ ਡਾਕਟਰ ਤੋਂ ਦਵਾਈ ਲੈ ਕੇ ਆਈਏ, ਉਹ ਦਵਾਈ ਆਪਾਂ ਲਿਆ ਕੇ ਉਹਨੂੰ ਰੱਖ ਛੱਡੀਏ, ਉਹਨੂੰ ਉੱਚੇ ਥਾਂ ਰੱਖ ਕੇ ਰੋਜ਼ ਧੂਪ ਦੀਪ ਦੇਈਏ, ਉਹਨੂੰ ਮੱਥਾ ਟੇਕੀਏ, ਤੇ ਉਹ ਦਵਾਈ ਖਾਈਏ ਨਾ, ਦਵਾਈ ਕਿਵੇਂ ਅਸਰ ਕਰੇਗੀ? ਇਸ ਕਰਕੇ ਜਿੰਨਾ ਚਿਰ ਦਵਾਈ ਅੰਦਰ ਨਹੀਂ ਜਾਏਗੀ, ਤੇ ਗੁਰੂ ਦੀ ਦਵਾਈ ਕੀ ਹੈ? ਗੁਰੂ ਕਾ ਉਪਦੇਸ਼, ਗੁਰ ਕਾ ਸ਼ਬਦ। ਅੱਜ ਕੱਲ੍ਹ ਜਿਹਨੂੰ ਸ਼ਬਦ ਕਹਿੰਦੇ ਨੇ ਨਾ ਜੀ, ਸ਼ਬਦ ਦੇ ਵਿੱਚ ਰਚਨਾ ਜੀ, ਸ਼ਬਦ ਗੁਰੂ। ਸਾਰੀ ਗੁਰਬਾਣੀ ਦੇ ਵਿੱਚ ਕਿਤੇ ਵੀ ਸ਼ਬਦ ਦਾ ਅਰਥ ਗੁਰੂ ਨਹੀਂ ਹੈਗਾ। ਸ਼ਬਦ ਦਾ ਅਰਥ ਜਾਂ ਤਾਂ ਬ੍ਰਹਮ ਹੈ ਤੇ ਜਾਂ ਫਿਰ ਸ਼ਬਦ ਦਾ ਅਰਥ ਉਪਦੇਸ਼ ਹੈ। ਸੋ ਗੁਰੂ ਕਾ ਉਪਦੇਸ਼ ਜਿਹੜਾ, ਉਹਨੂੰ ਸੁਣਨਾ ਤੇ ਉਹਨੂੰ ਮੰਨਣਾ, ਪ੍ਰੇਮ ਨਾਲ ਉਹਨੂੰ ਮੰਨਣਾ, ਉਹਨੂੰ ਆਪਣੇ ਅੰਦਰ ਧਾਰਨ ਕਰਨਾ। ਸੋ ਆਪਾਂ ਨੂੰ ਇਸ ਚੀਜ਼ ਦੀ ਲੋੜ ਹੈ ਕਿ ਅਸੀਂ ਗੁਰੂ ਦਾ ਉਪਦੇਸ਼ ਧਾਰਨ ਕਰੀਏ। ਅਸੀਂ ਗੁਰੂ ਦਾ ਉਪਦੇਸ਼ ਧਾਰਨ ਕਰਕੇ ਸ਼ੁਭ ਕਰਮ ਕਰਨੇ ਸ਼ੁਰੂ ਕਰੀਏ, ਧਰਮ ਦੇ ਕਰਮ ਕਰਨੇ ਸ਼ੁਰੂ ਕਰੀਏ। ਹੁਣ ਉਹਦੇ ਵਾਸਤੇ ਸ਼ੁਭ ਕਰਮ ਕਹਿ ਲਈਏ, ਧਰਮ ਕਰਮ ਕਹਿ ਲਈਏ, ਗੱਲ ਕਰੀਬ ਕਰੀਬ ਇੱਕੋ ਹੀ ਹੈ। ਉਹਦਾ ਭਾਵ ਇਹ ਹੈ ਕਿ ਉਹ ਕਰਮ, ਜਿਹੜੇ ਕਰਮ ਕਰਕੇ ਮਨੁੱਖ ਨਿੱਜੀ ਰੂਪ ਵਿੱਚ ਸੁਖੀ ਰਵੇ, ਅਤੇ ਜਿਹੜੇ ਕਰਮ ਕਰਕੇ ਸਮਾਜ ਵੀ ਸੁਖੀ ਰਵੇ, ਉਹ ਧਰਮ ਕਰਮ ਨੇ। ਅਤੇ ਗੁਣ ਧਾਰਨ ਕਰਨ ਦੀ ਲੋੜ ਹੈ। ਕਾਇਆ ਕੋਮਲ ਫੁੱਲ ਗੁਣ, ਕਾਇਆ ਕੋਮਲ ਫੁੱਲ ਗੁਣ
ਨਾਨਕ ਗੁਪ ਸੰਭਾਲ। ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਇਹ ਜਿਹੜੇ ਕਾਇਆ ਸਾਡਾ ਸਰੀਰ ਹੈ ਨਾ, ਸਾਡਾ ਸਰੀਰ ਜਿਹੜਾ ਹੈ ਇਹ ਜਿਸ ਤਰ੍ਹਾਂ ਕਿਸੇ ਫੁੱਲ ਦੀ ਡੋਡੀ ਖਿੜਦੀ ਹੈ, ਮਨੁੱਖੀ ਸਰੀਰ ਜਿਹੜਾ ਹੈ ਖਿੜਨ ਵਾਲੇ ਫੁੱਲ ਦੀ ਡੋਡੀ ਸਮਾਨ ਹੈ। ਅੱਧ ਖਿੜਿਆ ਫੁੱਲ ਹੈ, ਪੂਰਾ ਨਹੀਂ। ਮਨੁੱਖੀ ਸਰੀਰ ਖਿੜਨ ਵਾਲੇ ਫੁੱਲ ਦੀ ਡੋਡੀ ਸਮਾਨ ਹੈ, ਤੇ ਜਿਸ ਉੱਤੇ ਗੁਣ ਰੂਪੀ ਫੁੱਲ ਖਿੜਦਾ। ਫਿਰ ਇਹ ਸਰੀਰ ਜਿਹੜਾ ਹੈ ਇਹ ਅੱਧ ਖਿੜਿਆ ਫੁੱਲ ਹੈ, ਤੇ ਫਿਰ ਜਦੋਂ ਉਹਦੇ ਵਿੱਚ ਗੁਣ ਰਚਦੇ ਨੇ ਫਿਰ ਉਹ ਫੁੱਲ ਵਾਂਗੂ ਖਿੜਦਾ। ਬਹੁਤੇ ਗੁਣ ਜਿਹੜੇ ਨੇ ਉਹ ਜਿਵੇਂ ਫੁੱਲਾਂ ਦਾ ਹਾਰ ਹੁੰਦਾ, ਇਸੇ ਤਰ੍ਹਾਂ ਹੀ ਫੁੱਲਾਂ ਦੇ ਹਾਰ ਵਾਂਗੂ ਗੁਣਾਂ ਦਾ ਹਾਰ ਹੋਵੇ ਤੇ ਮਨੁੱਖੀ ਸਰੀਰ ਉੱਤੇ ਉਹ ਸਜਦੇ ਨੇ। ਸੱਚੇ ਪਾਤਸ਼ਾਹ ਦਾ ਬਚਨ ਹੈ ਨਾ, ਮੁੰਦੇ ਗੁਣਹੀਣੀ ਸੁਖ ਕੇ। ਗੁਣਾਂ ਤੋਂ ਬਿਨਾਂ ਸੁਖ ਨਹੀਂ ਪ੍ਰਾਪਤ ਹੋ ਸਕਦੇ। ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀਂ ਕੋਏ। ਪਹਿਲੋਂ ਆਪਾਂ ਨੂੰ ਇਹ ਆਪਣੇ ਅੰਦਰ ਨਿਮਰਤਾ ਲਿਆ ਕੇ ਪ੍ਰਵਾਨ ਕਰਨ ਦੀ ਲੋੜ ਹੈ ਕਿ ਮੇਰੇ ਵਿੱਚ ਕੋਈ ਗੁਣ ਨਹੀਂ ਹੈਗਾ। ਜਿੰਨਾ ਚਿਰ ਤਾਂ ਮੇਰੇ ਅੰਦਰ ਇਹ ਹੰਕਾਰ ਹੈ ਕਿ ਮੈਂ ਤੇ ਬੜਾ ਸਿਆਣਾ, ਮੈਨੂੰ ਤੇ ਬੜੀਆਂ ਗੱਲਾਂ, ਬੜੇ ਪ੍ਰਮਾਣ ਆਉਂਦੇ ਨੇ, ਉਹਨਾਂ ਚਿਰ ਫਿਰ ਮੈਂ ਹੋਰ ਗੁਣ ਨਹੀਂ ਧਾਰਨ ਕਰ ਸਕਾਂਗਾ। ਜਿਵੇਂ ਕੋਈ ਆਪਾਂ ਕੌਲਾ ਛੰਨਾ ਫੜਿਆ ਹੋਵੇ ਤੇ ਉਹ ਮੁੱਧਾ ਹੋਵੇ, ਉਹਦੇ ਵਿੱਚ ਕੋਈ ਚੀਜ਼ ਸਮਾ ਨਹੀਂ ਸਕਦੀ, ਉੱਤੇ ਪਏਗੀ ਤਿਲਕ ਜਾਏਗੀ। ਜਦੋਂ ਉਹ ਸਿੱਧਾ ਹੋਏਗਾ, ਉਹ ਖਾਲੀ ਹੋਵੇਗਾ, ਤੇ ਤਾਂ ਹੀ ਕੋਈ ਵਸਤੂ ਉਹਦੇ ਵਿੱਚ ਸਮਾਵੇਗੀ। ਜੋ ਭਰਿਆ ਹੋਏਗਾ ਨਾ, ਤੇ ਉਹਦੇ ਵਿੱਚ ਕੋਈ ਵਸਤੂ ਨਹੀਂ ਸਮਾਵੇਗੀ। ਸਭ ਤੋਂ ਪਹਿਲੋਂ ਨਿਮਰਤਾ ਨਾਲ ਆਪਾਂ ਆਪਣੇ ਵਿੱਚ ਇਹ ਮਹਿਸੂਸ ਕਰੀਏ ਕਿ ਮੇਰੇ ਵਿੱਚ ਗੁਣ ਨਹੀਂ ਹੈਗੇ ਤੇ ਮੈਂ ਹੋਰ ਗੁਣ ਗ੍ਰਹਿਣ ਕਰਨੇ ਨੇ। ਨਿਰਾ ਇਹ ਨਹੀਂ ਕਿ ਨਹੀਂ ਹੈਗੇ ਤੇ ਉਹ ਮੈਂ ਤੇ ਔਗੁਣ ਵਾਲਾ, ਕੀ ਕਰੀਏ ਫਿਰ? ਨਹੀਂ, ਮੈਂ ਗੁਣ ਗ੍ਰਹਿਣ ਕਰਨੇ ਨੇ, ਤੇ ਗੁਣ ਗ੍ਰਹਿਣ ਕਰਨ ਵਾਸਤੇ ਮੈਂ ਕੋਸ਼ਿਸ਼ ਕਰਨੀ ਹੈ ਕਿਤੋਂ ਵੀ ਕੋਈ ਗੁਣ ਮਿਲ ਜਾਵੇ। ਜਿਵੇਂ ਇੱਕ ਸਾਡੇ ਦੱਤਾਤਰੇय ਜੀ ਮਹਾਨ ਤਪੱਸਵੀ ਹੋਏ ਨੇ, ਜਿਨ੍ਹਾਂ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਿਵਜੀ ਭਗਵਾਨ ਦਾ ਅਵਤਾਰ ਲਿਖਿਆ। ਉਹਨਾਂ ਨੇ 24 ਗੁਰੂ ਧਾਰਨ ਕੀਤੇ ਸਨ। 24 ਗੁਰੂ, ਉਹ 7 ਗੁਰੂ ਨਹੀਂ ਸਨ, 24 ਪਰ ਗੁਰੂ ਸਨ। ਕਿਉਂ? ਕਿਉਂਕਿ ਮਤਲਬ ਉਹਨਾਂ ਨੇ ਉਹਨਾਂ 24 ਤੋਂ ਵੱਖਰੇ ਵੱਖਰੇ ਰੂਪ ਦੇ ਵਿੱਚ ਸਿੱਖਿਆ ਲਈ। ਕਿ ਸਿੱਖਿਆ ਕੀ ਲਈ? ਕਿ ਠੱਗੀ ਕਿਵੇਂ ਮਾਰਦਾ, ਇਹ ਲੋਕਾਂ ਨੂੰ ਕਤਲ ਕਿਵੇਂ ਕਰਦਾ, ਇਹ ਚੋਰੀ ਕਿਵੇਂ ਕਰਦਾ, ਇਹ ਵੋਟਾਂ ਕਿਵੇਂ ਲੋਕਾਂ ਤੋਂ ਲੈਂਦਾ ਸ਼ਰਾਬ ਪਿਆ ਕੇ। ਨਹੀਂ, ਉਹਨਾਂ ਨੇ ਇਹ ਸਿੱਖਿਆ ਲਈ ਕਿ ਇਹ ਬਗਲਾ ਕਿਸ ਤਰ੍ਹਾਂ ਸਮਾਧੀ ਲਾ ਕੇ, ਭਾਵ ਇੱਕ ਟੱਕ ਇੱਕੋ ਹੀ ਧਿਆਨ ਦੇ ਵਿੱਚ ਉਹ ਬੈਠਾ ਹੋਇਆ, ਬਿਲਕੁਲ ਨਹੀਂ ਹਿੱਲਦਾ, ਉਹਨੂੰ ਕੋਈ ਧਿਆਨ ਨਹੀਂ ਹੋਰ ਕਿਸੇ ਪਾਸੇ, ਉਹਨੂੰ ਇੱਕੋ ਹੀ ਧਿਆਨ ਹੈ ਕਿ ਮੈਂ ਸ਼ਿਕਾਰ ਕਰਨਾ। ਇਸੇ ਤਰ੍ਹਾਂ ਉਹਨਾਂ ਨੇ ਬਿੱਲੇ ਤੋਂ ਸਿੱਖਿਆ ਲਈ ਕਿ ਬਿੱਲਾ ਜਿਹੜਾ ਉਹ ਕਿਵੇਂ ਆਪਣੇ ਕਿਸੇ ਸ਼ਿਕਾਰ ਨੂੰ ਫੜਨ ਵਾਸਤੇ ਸ਼ਹਿ ਲਾ ਕੇ ਸਿਰਫ ਇੱਕੋ ਚੀਜ਼ ਦਾ ਹੀ ਧਿਆਨ ਕਰਕੇ ਬੈਠਾ ਹੋਇਆ, ਹੋਰ ਕੋਈ ਧਿਆਨ ਨਹੀਂ। ਭਾਵ ਉਹਨਾਂ ਨੇ ਉਹਨਾਂ ਤੋਂ ਉਹ ਗੁਣ ਗ੍ਰਹਿਣ ਕੀਤੇ, ਇਸ ਕਰਕੇ ਉਹਨਾਂ ਨੂੰ ਗੁਰੂ ਕਿਹਾ ਗਿਆ। ਪਰ ਸਤ ਗੁਰੂ ਤੇ ਉਹ ਹੈ ਜਿਹੜਾ ਸੱਚਾ ਗੁਰੂ ਹੈ, ਜਿਹੜਾ ਪੂਰਾ ਗੁਰੂ ਹੈ। ਕਿਉਂਕਿ ਪੂਰੇ ਗੁਰ ਤੇ ਜਾਣਿਆ, ਪੂਰੇ ਗੁਰੂ ਤੋਂ ਹੀ ਪ੍ਰਭੂ ਨੂੰ ਜਾਣਿਆ ਜਾ ਸਕਦਾ। ਕਾਚੇ ਗੁਰ ਤੇ ਮੁਕਤ ਨਾ ਹੋਈ, ਕੱਚੇ ਗੁਰੂ ਤੋਂ ਮੁਕਤੀ ਨਹੀਂ ਹੁੰਦੀ। ਸੋ ਸਾਧ ਸੰਗਤ ਜੀ, ਗੁਣ ਧਾਰਨ ਕਰਨ ਦੀ ਲੋੜ ਹੈ। ਜਿਹਾ ਰਾਧੇ ਤੇਹਾ ਲੁਣੈ, ਬਿਨ ਗੁਣ ਜਨਮ ਵਿਨਾਸ਼। ਗੁਣਾਂ ਤੋਂ ਬਿਨਾਂ ਇਹ ਜਨਮ ਵਿਰਥਾ ਜਾਂਦਾ। ਇਸ ਕਰਕੇ ਗੁਣ ਧਾਰਨ ਕਰੀਏ। ਗੁਣਾਂ ਦੀ ਸੂਚੀ ਤਾਂ ਬੜੀ ਲੰਬੀ ਚੌੜੀ ਹੈ, ਅਨੇਕ ਪ੍ਰਕਾਰ ਦੇ ਗੁਣ ਨੇ, ਕਿਤੋਂ ਵੀ ਧਾਰਨ ਕੀਤੇ ਜਾ ਸਕਦੇ ਨੇ। ਜਿਹੜੇ ਗੁਣਾਂ ਦੀ ਸਾਨੂੰ ਸਭ ਤੋਂ ਪਹਿਲੋਂ ਲੋੜ ਹੈ, ਮੈਨੂੰ 2 ਦਿਨ ਅੱਗੇ ਵੀ ਮੈਂ ਬੇਨਤੀ ਕਰਦਾ ਪਿਆ, ਮਿੱਠਾ ਬੋਲਣਾ, ਨਿਮਰਤਾ ਲਿਆਉਣੀ, ਖਿਮਾ ਕਰਨਾ। ਇਹ 3 ਗੁਣ ਧਾਰਨ ਕਰੀਏ ਨਾ, ਇਹ 3 ਭੈਣੇ ਵੇਸ ਕਰ ਤਾਂ ਵਸ ਆਈ ਕੰਤ।
ਧਰਮ ਸ਼ਬਦ ਸੰਸਕ੍ਰਿਤ ਦਾ ਸ਼ਬਦ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਧਾਰਨ ਕਰਦਾ। ਤੇ ਧਰਮ ਦੇ 10 ਅੰਗ ਮੰਨੇ ਨੇ ਮਨੁ ਸਿਮਰਤੀ ਵਿੱਚ। ਮਨੁ ਸਿਮਰਤੀ ਇੱਕ ਇਸ ਤਰ੍ਹਾਂ ਦਾ ਸਾਡਾ ਨਿਯਮਾਂ ਦਾ ਸ਼ਾਸਤਰ ਹੈ ਜਿਹੜਾ ਸਭ ਤੋਂ ਪੁਰਾਤਨ ਭਾਰਤ ਦੇ ਸ਼ਾਸਤਰਾਂ ਵਿੱਚੋਂ ਮੰਨਿਆ ਜਾਂਦਾ। ਅੱਜ ਕੱਲ੍ਹ ਮਨੁ ਸਿਮਰਤੀ ਦੇ ਵਿਰੁੱਧ ਜਿਹੜੇ ਭਾਰਤ ਵਿਰੋਧੀ ਲੋਕ ਨੇ ਉਹ ਈਸਾਈ ਅੰਗਰੇਜ਼ਾਂ ਦੇ ਉਂਗਲਾਂ ਤੇ ਲੱਗ ਕੇ ਤੇ ਮਨੁ ਸਿਮਰਤੀ ਦੇ ਵਿਰੁੱਧ ਬਹੁਤ ਪ੍ਰਚਾਰ ਕਰਦੇ ਹਨ, ਪਰ ਉਹਦੇ ਵਿੱਚ ਲਿਖੀਆਂ ਚੰਗੀਆਂ ਗੱਲਾਂ ਨੂੰ ਕੋਈ ਨਹੀਂ ਦੱਸਦਾ, ਕਿਉਂਕਿ ਪਿੱਛੋਂ ਚਾਬੀ ਉਹ ਹੁੰਦੀ ਹੈ ਨਾ। ਸੋ ਮਨੁ ਸਿਮਰਤੀ ਦੇ ਵਿੱਚ ਸਭ ਤੋਂ ਪੁਰਾਤਨ ਗ੍ਰੰਥ ਵਿੱਚ ਧਰਮ ਦੇ ਜਿਹੜੇ 10 ਅੰਗ ਦੱਸੇ ਗਏ ਨੇ, ਉਹ 10 ਅੰਗ ਐਸੇ ਨੇ, ਉਹ 10 ਨੁਕਤੇ ਨੇ, ਉਹ ਐਸੇ ਨੇ ਜਿਨ੍ਹਾਂ ਤੋਂ ਅੱਜ ਵੀ ਕੋਈ ਨਹੀਂ ਮੁੱਕਰ ਸਕਦਾ ਨਾ। ਜਿਹੜੇ ਉਦਣ ਸੱਚ ਸੀ ਅੱਜ ਵੀ ਸੱਚ ਹੈ। ਉਹ ਧਰਮ ਅੰਗ ਕੀ ਹੈਗੇ ਨੇ? ਧੀਰਜ, ਖਿਮਾ ਕਰਨਾ, ਮਨ ਦਾ ਵਸ ਕਰਨਾ, ਚੋਰੀ ਦਾ ਤਿਆਗ ਕਰਨਾ, ਪਵਿੱਤਰਤਾ ਰੱਖਣੀ, ਇੰਦਰੀਆਂ ਨੂੰ ਕੁਕਰਮਾਂ ਤੋਂ ਰੋਕਣਾ, ਨਿਰਮਲ ਬੁੱਧੀ, ਵਿਦਿਆ ਦਾ ਅਭਿਆਸ ਕਰਨਾ, ਸੱਚ ਬੋਲਣਾ, ਕ੍ਰੋਧ ਦਾ ਤਿਆਗ ਕਰਨਾ। ਇਹ 10 ਅੰਗ ਉਸ ਧਰਮ ਦੇ ਮਨੁ ਸਿਮਰਤੀ 'ਚ ਅੱਜ ਤੋਂ ਹਜ਼ਾਰਾਂ ਲੱਖਾਂ ਸਾਲ ਪਹਿਲੋਂ ਲਿਖੇ ਗਏ ਨੇ। ਪਰ ਅੱਜ ਚੰਗੀਆਂ ਪੁਰਾਤਨ ਗ੍ਰੰਥਾਂ ਦੀਆਂ ਚੰਗੀਆਂ ਗੱਲਾਂ ਨੂੰ ਭੁਲਾ ਕੇ ਇਹਨਾਂ ਨੂੰ ਮਿਥਿਹਾਸ ਕਹਿ ਕੇ, ਭਾਵ ਇਹ ਝੂਠੇ ਨੇ ਤੇ ਇਹਨਾਂ 'ਚ ਬੜੀਆਂ ਮਾੜੀਆਂ ਗੱਲਾਂ ਲਿਖੀਆਂ ਨੇ, ਇਹ ਕਹਿ ਕੇ ਬਦਨਾਮ ਕੀਤਾ ਜਾਂਦਾ। ਔਰ ਧਰਮ ਦੇ ਵਾਸਤੇ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਵੀ ਲਿਖਿਆ ਹੋਇਆ, ਸ਼ੁਭ ਕਰਮ ਨਹਿ ਬਿਲੰਬ ਧਰਮੰ, ਬਿਲੰਬ ਪਾਪੰ। ਧਰਮ ਦਾ ਅਰਥ ਹੈ ਸ਼ੁਭ ਕਰਮ, ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਭਾਵ ਸ਼ੁਭ ਕਰਮ ਕਰਨ ਲੱਗਿਆਂ ਬਿਲੰਬ ਤੋਂ ਭਾਵ ਹੈ ਕਿ ਦੇਰ ਨਾ ਕਰ। ਤੇ ਦੇਰ ਕਿਸ ਚੀਜ਼ ਨੂੰ ਕਰ? ਮਾੜੇ ਕਰਮ ਕਰਨ ਨੂੰ, ਪਾਪ ਕਰਨ ਨੂੰ। ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਇਹ 5ਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਹੋਇਆ। ਅਤੇ ਸੁਖਮਨੀ ਦੇ ਵਿੱਚ ਸੱਚੇ ਪਾਤਸ਼ਾਹ ਲਿਖਦੇ ਨੇ, ਸਾਧ ਕੈ ਸੰਗ ਦ੍ਰਿੜੇ ਸਭ ਧਰਮ। ਸਾਧੂ ਮਹਾਤਮਾ ਦੀ ਸੰਗਤ ਤੋਂ ਜੋ ਵੀ ਦ੍ਰਿੜ ਕਰਦਾ, ਆਪਣੇ ਚੰਗੀ ਸਿੱਖਿਆ ਨੂੰ ਲੈ ਕੇ ਦ੍ਰਿੜ ਕਰਦਾ, ਉਹ ਸਾਰੀਆਂ ਚੀਜ਼ਾਂ ਧਰਮ ਹੀ ਹਨ। ਤੇ ਸਾਧੂ ਕੌਣ ਹੈ ਬਈ? ਸਾਧ ਨਾਮ ਨਿਰਮਲਤਾ ਕੇ ਕਰਮ। ਜਿਹੜੇ ਸ਼ੁਭ ਕਰਮ ਕਰਨ ਵਾਲੇ ਨੇ, ਸ਼ੁਭ ਸਿੱਖਿਆ ਦੇਣ ਵਾਲੇ ਨੇ, ਉਹ ਸਾਧੂ ਨੇ। ਅੱਜ ਕੱਲ੍ਹ ਤਾਂ ਸੰਤਾਂ ਸਾਧਾਂ ਦੇ ਵਿਰੁੱਧ ਵੀ ਬੜਾ ਪ੍ਰਚਾਰ ਹੁੰਦਾ। ਆਪ ਜੀ ਨੇ ਕਦੀ ਧਿਆਨ ਕੀਤਾ? ਵਟਸਐਪ ਤੇ, ਫੇਸਬੁੱਕ ਤੇ, YouTube ਤੇ ਬੜਾ ਸੰਤਾਂ ਦੇ ਖਿਲਾਫ, ਡੇਰਿਆਂ ਦੇ ਖਿਲਾਫ ਬੜਾ ਪ੍ਰਚਾਰ ਹੁੰਦਾ। ਪਰ ਇੱਕ ਚੀਜ਼ ਧਿਆਨ 'ਚ ਕਰਿਓ ਜੀ, ਜਿਹੜੇ ਸਿੱਖ ਸੰਤਾਂ ਸਾਧਾਂ ਦੇ ਖਿਲਾਫ ਪ੍ਰਚਾਰ ਕਰਦੇ ਨੇ ਕਿ ਇਹ ਬੜੇ ਪਖੰਡੀ ਨੇ ਤੇ ਇਹ ਲੁੱਟਦੇ ਨੇ ਲੋਕਾਂ ਨੂੰ ਭਰਮਾਂ ਵਹਿਮਾਂ 'ਚ ਪਾ ਕੇ, ਇਹ ਪ੍ਰਚਾਰ ਕਰਨ ਵਾਲਿਆਂ ਨੇ ਕਦੀ ਵੀ ਗੁਰਦੁਆਰਾ ਚੋਣਾਂ ਦੇ ਵਿਰੁੱਧ ਤੇ ਪ੍ਰਧਾਨਾਂ ਸਕੱਤਰਾਂ ਦੇ ਵਿਰੁੱਧ ਇਹਨਾਂ ਨੇ ਪ੍ਰਚਾਰ ਨਹੀਂ ਕੀਤਾ। ਕਿ ਗੁਰਦੁਆਰਾ ਚੋਣਾਂ ਜਿਹੜੀਆਂ ਨੇ ਉਹ ਸਿੱਖ ਪੰਥ ਨੂੰ ਤੇ ਗੁਰਦੁਆਰਿਆਂ ਨੂੰ ਨੁਕਸਾਨ ਨਹੀਂ ਕਰਦੀਆਂ? ਕਿ ਉਹ ਆਪਣੀਆਂ ਵੋਟਾਂ ਲੈਣ ਵਾਸਤੇ ਸ਼ਰਾਬ ਨਹੀਂ ਪਿਆਉਂਦੇ ਤੇ ਜਾਂ ਰਿਸ਼ਵਤ ਨਹੀਂ ਦਿੰਦੇ ਤੇ ਉਹ ਸੰਗਤ ਨੂੰ ਲੁੱਟਦੇ ਨਹੀਂ ਹੈਗੇ? ਕਿ ਉਹ ਗੋਲਕ ਲੁੱਟਣ ਵਾਸਤੇ ਨਹੀਂ ਕਰਦੇ? ਉਹ ਪਖੰਡ ਨਹੀਂ ਹੈਗਾ? ਪਰ ਉਹਨਾਂ ਦੇ ਖਿਲਾਫ ਇਹ ਨਹੀਂ ਬੋਲਦੇ, ਸਿਰਫ ਸੰਤਾਂ ਸਾਧਾਂ ਦੇ ਖਿਲਾਫ ਬੋਲਦੇ ਨੇ, ਕਿਉਂਕਿ ਇਹ ਲੋਕ ਈਸਾਈ ਅੰਗਰੇਜ਼ਾਂ ਦੇ ਇਸ਼ਾਰੇ ਤੇ ਉਹਨਾਂ ਤੋਂ ਖਾ ਕੇ ਸਿੱਖ ਪੰਥ ਨੂੰ ਖਤਮ ਕਰਨ ਵਾਸਤੇ ਤੁਲੇ ਹੋਏ ਨੇ। ਔਰ ਇਹ ਲੋਕ ਸਿੱਖ ਪੰਥ ਦਾ ਨੁਕਸਾਨ ਕਰ ਰਹੇ ਨੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਸੰਤਾਂ ਦਾ ਦੱਸਿਆ ਹੋਇਆ ਜਿਹੜਾ ਰਸਤਾ ਹੈ ਉਹ ਸ਼ੁਭ ਕਰਮਾਂ ਦਾ ਰਸਤਾ ਹੈ। ਉਹਦੇ ਰਾਹੀਂ ਹੀ ਪ੍ਰਭੂ ਪ੍ਰਾਪਤੀ ਹੋ ਸਕਦੀ ਹੈ। ਇਹ ਸਰੀਰ ਸਭ ਧਰਮ ਹੈ। ਇੱਥੇ ਇਹਦਾ ਭਾਵ ਹੈ ਪੁੰਨ ਰੂਪ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਇਹ ਸਰੀਰ ਜਿਹੜਾ ਨਾ 5 ਤੱਤਾਂ ਦਾ ਇਹ ਸਰੀਰ, ਇਹ ਪੁੰਨ ਰੂਪ ਹੈ। ਇਹਦੇ ਵਿੱਚ ਕੌਣ ਵਸਦਾ?
ਸੱਚਾ, ਸੱਚੇ ਤੋਂ ਇੱਥੇ ਭਾਵ ਹੈ ਕੌਣ? ਜਿਹੜਾ ਸੱਚ ਬੋਲਣ ਵਾਲਾ ਨਹੀਂ। ਇੱਥੇ ਸੱਚੇ ਤੋਂ ਭਾਵ ਹੈ ਪ੍ਰਭੂ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਪਰਮਾਤਮਾ ਸਾਡੇ ਅੰਦਰ ਵਸਦਾ ਹੈ। ਜੋ ਬ੍ਰਹਮੰਡੇ ਸੋਈ ਪਿੰਡੇ। ਪਿੰਡ ਤੋਂ ਭਾਵ ਇਹ ਸਰੀਰ ਦੇ ਵਿੱਚ ਵੀ ਹੈਗਾ ਉਹ, ਪਰ ਉਹਨੂੰ ਪ੍ਰਗਟ ਕਰਨ ਦੀ ਲੋੜ ਹੈ। ਤੇ ਉਹਨੂੰ ਪ੍ਰਗਟ ਕਿਵੇਂ ਹੁੰਦਾ? ਸਾਧ ਸੰਗਤ ਕਰਨ ਨਾਲ, ਅਭਿਆਸ ਕਰਨ ਨਾਲ, ਲੰਬਾ ਸਮਾਂ ਬਿਰਤੀ ਟਿਕਾਉਣ ਨਾਲ, ਵਿਚਾਰ ਕਰਨ ਨਾਲ ਕਿ ਮੈਂ ਇਹ ਸਰੀਰ ਨਹੀਂ ਹੈਗਾ, ਮੈਂ ਤੇ ਇਹਨੂੰ ਵੇਖਣ ਵਾਲਾ, ਮੈਂ ਇਹਦਾ ਦ੍ਰਸ਼ਟਾ ਹੈਗਾ। ਮੇਰੀ ਬੇਨਤੀ ਨੂੰ ਬਹੁਤ ਧਿਆਨ ਨਾਲ ਵਿਚਾਰੋ ਤੇ ਸਮਝਣ ਦੀ ਕੋਸ਼ਿਸ਼ ਕਰੋ, ਫਟਾਫਟ ਨਹੀਂ ਸਮਝ ਆਉਣੀ। ਮੈਂ ਇਹ ਸਰੀਰ ਨਹੀਂ ਹੈਗਾ, ਮੈਂ ਤਾਂ ਇਹਦਾ ਦ੍ਰਸ਼ਟਾ, ਇਹਨੂੰ ਵੇਖਣ ਵਾਲਾ। ਉਹ ਕੀ ਹੈ? ਹੁਣ ਮੈਂ ਆਖਾਂ ਕਿ ਇਕਬਾਲ ਸਿੰਘ ਜੀ ਤੁਸੀਂ ਇਕਬਾਲ ਸਿੰਘ ਨਹੀਂ ਹੈਗੇ, ਉਹ ਆਖਣਗੇ ਤੂੰ ਕੌਣ ਹੈ ਮੈਨੂੰ ਆਖਣ ਵਾਲਾ ਵੀ ਮੈਂ ਇਕਬਾਲ ਸਿੰਘ ਨਹੀਂ ਹੈਗਾ। ਮੈਂ ਆਖਾਂ ਗੁਰਪ੍ਰੀਤ ਕੌਰ ਤੂੰ ਗੁਰਪ੍ਰੀਤ ਨਹੀਂ ਹੈਗੀ, ਉਹ ਆਖੇਗੀ ਤੂੰ ਕੌਣ ਹੈ ਆਖਣ ਵਾਲਾ, ਮੈਂ ਤਾਂ ਬੈਠੀ ਹਾਂ ਨਾ ਸਾਹਮਣੇ ਗੁਰਪ੍ਰੀਤ। ਇਹ ਊੜਾ ਸਿੰਘ, ਐੜਾ ਰਾਮ, ਈੜੀ ਕੌਰ, ਕੁਛ ਵੀ ਕਹਿ ਲਓ, ਗੱਲ ਇੱਕੋ ਹੀ ਹੈ। ਕੀ ਹੈ ਗੱਲ ਸਿਰੇ ਦੀ? ਸਿਰੇ ਦੀ ਗੱਲ ਇਹ ਹੈ ਕਿ ਜੇ ਮੈਂ ਪੁੱਛਾਂ ਕਿ ਇਕਬਾਲ ਸਿੰਘ ਜੀ, ਗੁਰਪ੍ਰੀਤ ਕੌਰ ਜੀ ਤੁਸੀਂ ਕਿੱਥੇ ਹੋ, ਤੇ ਕੀ ਦੱਸੋਗੇ ਬਈ? ਤੁਸੀਂ ਆਖੋਗੇ ਆ ਵੇਖ। ਮੈਂ ਪੁੱਛਦਾ ਕਿੱਥੇ ਹੋ, ਹੱਥ ਲਾ ਕੇ ਦੱਸੋ ਕਿੱਥੇ ਹੋ। ਜੇ ਤੁਸੀਂ ਹੱਥ ਲਾਓਗੇ ਆ, ਇਹ ਤੇ ਡੌਲਾ ਹੈ ਨਾ, ਇਕਬਾਲ ਸਿੰਘ ਤੇ ਨਹੀਂ ਨਾ ਹੈਗਾ। ਇੱਥੇ ਹੱਥ ਲਾਓਗੇ, ਇਹ ਤੇ ਗੁਰਪ੍ਰੀਤ ਕੌਰ ਹੈ ਨਾ, ਇਹ ਗੁਰਪ੍ਰੀਤ ਕੌਰ ਥੋੜ੍ਹੀ ਹੈਗੀ, ਇਹ ਤੇ ਸੱਜੀ ਬਾਂਹ ਹੈ ਨਾ। ਫਿਰ ਇੱਥੇ ਹੱਥ ਲਾਓਗੇ ਤੇ ਲੱਤ ਹੈ, ਇੱਥੇ ਹੱਥ ਲਾਓਗੇ ਤੇ ਨੱਕ ਹੈ, ਤੇ ਗੁਰਪ੍ਰੀਤ ਕਿੱਥੇ ਹੈ? ਇਕਬਾਲ ਸਿੰਘ ਕਿੱਥੇ ਹੈ? ਫਿਰ ਤੁਸੀਂ ਸੋਚਣ ਜੇ ਲੱਗ ਪਾਓਗੇ, ਹੈਂ ਉਹ ਕਿੱਥੇ ਹੈ? ਜਿੱਥੇ ਜਿੱਥੇ ਮਰਜ਼ੀ ਹੱਥ ਲਾਈ ਜਾਓ, ਫਿਰ ਤੁਸੀਂ ਆਖੋਗੇ ਨਹੀਂ ਆ ਇਹ ਤੇ ਸਾਰਾ ਕੁਝ ਰਲ ਕੇ ਹੈ। ਤੇ ਮੈਂ ਆਖਾਂਗਾ ਜੇ ਸਾਰਾ ਕੁਝ ਰਲ ਕੇ ਤੇ ਫਿਰ ਇਹਨੂੰ ਵੇਖਣ ਵਾਲਾ ਕੌਣ ਹੈ? ਇਹਨੂੰ ਵੇਖਣ, ਮੈਂ ਆਪਣੇ ਸਾਰੇ ਸਰੀਰ ਨੂੰ ਮੈਂ ਵਹਿੰਦਾ ਪਿਆ, ਮੈਂ ਆਪਣੇ ਸਾਰੇ ਸਰੀਰ ਨੂੰ ਵਹਿੰਦਾ ਕਿ ਨਹੀਂ? ਤੁਸੀਂ ਵੀ ਸਾਰੇ ਜਾਣੇ ਵਹਿੰਦੇ ਹੋ। ਇਹਦਾ ਮਤਲਬ ਜਿਹੜਾ ਮੈਂ ਬੋਲਦਾ ਪਿਆ, ਇਹਦੇ ਪਿੱਛੇ ਜਿਹੜੀ ਸ਼ਕਤੀ ਹੈ ਉਹ ਤੇ ਇੱਕ ਹੋਰ ਚੀਜ਼ ਹੈ ਨਾ, ਉਹ ਸਰੀਰ ਨਹੀਂ ਨਾ ਹੈਗਾ। ਜਿਹੜਾ ਇਹਨੂੰ ਵੇਖਣ ਵਾਲਾ ਹੈ, ਇਹਦਾ ਦ੍ਰਸ਼ਟਾ ਹੈ, ਇਹਨੂੰ ਵੇਖਣ ਵਾਲਾ ਜਿਹੜਾ ਉਹ ਹੋਰ ਹੈ, ਉਹ ਤਾਂ ਹੀ ਇਹਨੂੰ ਵਹਿੰਦਾ ਪਿਆ। ਇਹ ਲੱਤਾਂ ਜਿਹੜੀਆਂ ਨੇ ਉਹ ਨਹੀਂ ਵਹਿੰਦੀਆਂ ਪਈਆਂ ਮੈਨੂੰ, ਇਹ ਬਾਹਾਂ ਵੀ ਨਹੀਂ ਵਹਿੰਦੀਆਂ ਪਈਆਂ, ਉਹ ਪਿੱਛੇ ਹੋਰ ਚੀਜ਼ ਹੈ। ਉਹ ਕੌਣ ਹੈ? ਉਹ ਉਹੋ ਹੀ ਹੈ ਕਿ ਜਿਹੜਾ ਜੋ ਬ੍ਰਹਮੰਡੇ ਸੋਈ ਪਿੰਡੇ, ਤੇ ਘਟਾ ਆਕਾਸ਼ ਮਠ ਆਕਾਸ਼। ਉਹ ਨਾ ਆਉਂਦਾ ਨਾ ਜਾਂਦਾ, ਉਹ ਸਾਡੇ ਸਰੀਰ ਦੇ ਵਿੱਚ ਆਤਮਾ ਰੂਪ ਦੇ ਵਿੱਚ ਹੈਗਾ, ਪਰ ਫਿਰ ਉਹ ਆਤਮਾ ਵੀ ਆਉਂਦੀ ਜਾਂਦੀ ਨਹੀਂ ਹੈਗੀ। ਇੱਕ ਪਰਮਾਤਮਾ ਹੈ ਤੇ ਇੱਕ ਆਤਮਾ ਹੈ। ਪਰਮ ਆਤਮਾ ਕੀ ਹੈ? ਜਿਹੜਾ ਸਰਵ ਵਿਆਪੀ ਪ੍ਰਭੂ ਹੈ। ਤੇ ਆਤਮਾ ਕੀ ਹੈ? ਜਿਹੜਾ ਸਰਵ ਵਿਆਪੀ ਪ੍ਰਭੂ ਦਾ ਅਕਸ ਸਾਡੇ ਵਿੱਚ, ਉਹ ਆਤਮਾ ਹੈ। ਉਹ ਆਤਮਾ ਜਿਹੜੀ ਹੈ ਉਹ ਮੇਰੇ ਜਨਮ ਤੇ ਆਈ ਨਹੀਂ, ਮੇਰੇ ਜਨਮ ਹੋਣ ਤੇ ਸੂਖਸ਼ਮ ਸਰੀਰ ਆਇਆ ਜਿਹੜਾ ਕਿ 17 ਤੱਤਾਂ ਦਾ ਮੰਨਿਆ ਗਿਆ। ਤੇ ਜਿੱਦਣ ਇਹ ਸਰੀਰ ਚਲਾ ਜਾਣਾ, ਇਹ ਸਰੀਰ ਮਿੱਟੀ ਹੋ ਜਾਣਾ, ਮੈਂ ਮਰ ਜਾਣਾ, ਉਦਣ ਉਸ ਆਤਮਾ ਨੇ ਜਾਣਾ ਵੀ ਨਹੀਂ। ਉਹ ਆਤਮਾ ਫਿਰ ਨਾ ਆਈ ਨਾ ਗਈ। ਫਿਰ ਕੀ ਹੋਇਆ? ਉਹਦੇ ਵਾਸਤੇ ਸ਼ਾਸਤਰਾਂ ਵਿੱਚ ਪ੍ਰਮਾਣ ਹੈ ਕਿ ਇੱਕ ਘਟਾ ਆਕਾਸ਼ ਹੈ, ਇੱਕ ਮਠਾ ਆਕਾਸ਼। ਆਕਾਸ਼ ਜਿਹੜਾ ਉਹ ਤੇ ਸਾਰੇ ਪਾਸੇ ਦਿਸਦਾ ਨਾ, ਪਰ ਘਟਾ ਆਕਾਸ਼ ਕਿਵੇਂ ਹੈ? ਘਟਾ ਆਕਾਸ਼ ਉਹ ਹੈ ਕਿ ਜਿਹੜਾ ਘੜੇ ਦੇ ਵਿੱਚ, ਭਾਵ ਕਿਸੇ ਵੀ ਬਰਤਨ ਦੇ ਵਿੱਚ ਪਾਣੀ ਪਾ ਕੇ ਜੇ ਅਸੀਂ ਉਹਨੂੰ ਰੱਖਿਆ ਹੋਵੇ, ਆਕਾਸ਼ ਦਾ ਅਕਸ ਉਹਦੇ ਵਿੱਚ ਸਾਨੂੰ ਦਿਸੇ, ਪ੍ਰਤੀਬਿੰਬ ਦਿਸੇ, ਰਿਫਲੈਕਸ਼ਨ ਦਿਸੇ, ਉਹ ਘਟਾ ਆਕਾਸ਼ ਹੈ। ਮਿੱਟੀ ਦੇ ਘੜੇ ਦੇ ਵਿੱਚ ਪਾਣੀ ਪਾ ਕੇ ਰੱਖਿਆ, ਉਹਦੇ ਵਿੱਚ ਅਸੀਂ ਵਹਿੰਦੇ ਹਾਂ ਜਦੋਂ ਇਸ ਤਰ੍ਹਾਂ, ਉਹਦੇ 'ਚ ਸਾਨੂੰ ਆਕਾਸ਼ ਦਾ ਅਕਸ ਦਿਸਦਾ। ਠੀਕ?
ਤੇ ਜਦੋਂ ਉਸ ਘੜੇ ਦੇ ਵਿੱਚ ਪਾਣੀ ਨਹੀਂ ਸੀ, ਉੱਥੇ ਅਸੀਂ ਘੜਾ ਨਹੀਂ ਸੀ ਰੱਖਿਆ, ਆਕਾਸ਼ ਤੇ ਉਦੋਂ ਵੀ ਉੱਪਰ ਹੈਗਾ ਸੀ, ਪਰ ਉਦੋਂ ਸਾਨੂੰ ਉੱਥੇ ਦਿਸਦਾ ਨਹੀਂ ਸੀ ਉਹਦਾ ਅਕਸ। ਜਦੋਂ ਉਹ ਘੜਾ ਟੁੱਟ ਗਿਆ, ਉਹ ਅਕਸ ਵੀ ਚਲਾ ਗਿਆ, ਪਾਣੀ ਨਿਕਲ ਗਿਆ, ਘੜਾ ਵੀ ਟੁੱਟ ਗਿਆ। ਤੱਤਾਂ ਨਾਲ ਤੱਤ ਮਿਲ ਗਏ। ਪੰਜ ਤੱਤ, ਪੰਜ ਤੱਤ ਕੀ ਹੈਗੇ ਨੇ? ਪੰਜ ਤੱਤ ਹੈਗੇ ਨੇ ਪ੍ਰਿਥਵੀ, ਆਕਾਸ਼, ਜਲ, ਵਾਯੂ ਤੇ ਅਗਨੀ। ਇਹ ਪੰਜਾਂ ਤੱਤਾਂ ਨੂੰ ਮਿਲਾ ਕੇ ਸਾਡਾ ਸਰੀਰ, ਇਹ ਮਨੁੱਖੀ ਸਰੀਰ ਬਣਦਾ ਹੈ। ਅੱਗੋਂ ਅਗਨੀ, ਫਿਰ ਕਈ ਪ੍ਰਕਾਰ ਦੀ ਅਗਨੀ ਹੈ, ਕਈ ਪ੍ਰਕਾਰ ਦੇ ਪ੍ਰਾਣ ਨੇ, ਕਿਉਂਕਿ ਪ੍ਰਾਣ ਸਾਡੇ ਵਾਯੂ ਨਾਲ ਚੱਲਦੇ ਨੇ, ਹਵਾ ਨਾਲ ਚੱਲਦੇ ਨੇ। ਪ੍ਰਾਣ, ਉਪਾਨ, ਸਮਾਨ, ਵਿਆਨ, ਉਦਾਨ। ਇਹ ਸਾਡੇ ਪੁਰਾਤਨ ਸ਼ਾਸਤਰਾਂ ਦੇ ਅਨੁਸਾਰ ਇਸ ਤਰ੍ਹਾਂ ਹੈ, ਪਰ ਇਹ ਸਾਰਾ ਕੁਛ ਤਾਂ ਹੈ ਜੇ ਆਪਾਂ ਆਪਣੇ ਪੁਰਾਤਨ ਸ਼ਾਸਤਰਾਂ ਨੂੰ ਪੜ੍ਹੀਏ, ਸੁਣੀਏ। ਜੇ ਨਹੀਂ ਤਾਂ ਉਹਨਾਂ ਦੀ ਕਥਾ ਸੁਣ ਕੇ ਹੀ ਆਪਾਂ ਸਮਝ ਲਈਏ ਕਿ ਸਾਡੇ ਗ੍ਰੰਥਾਂ ਵਿੱਚ ਇਹ ਕੁਛ ਵੀ ਲਿਖਿਆ ਹੋਇਆ, ਤੇ ਅਸੀਂ ਉਹਨੂੰ ਯਾਦ ਕਰਨਾ। ਉਹਨੂੰ ਯਾਦ ਕਰਾਂਗੇ ਤਾਂ ਅਸੀਂ ਗੁਰਬਾਣੀ ਸਮਝ ਸਕਾਂਗੇ। ਜੇ ਅਸੀਂ ਗੁਰੂ ਕੀ ਬਾਣੀ ਸਮਝਾਂਗੇ ਤਾਂ ਹੀ ਅਸੀਂ ਮੰਨਾਂਗੇ, ਅਤੇ ਤਾਂ ਹੀ ਸਾਡਾ ਜੀਵਨ ਸੁਖੀ ਹੋਏਗਾ। ਸਿਰੇ ਦੀ ਗੱਲ ਇੰਨੀ ਹੈ ਕਿ ਗੁਰੂ ਚਰਨੀ ਲੱਗਣ ਦਾ ਮਤਲਬ ਇਹ ਹੈਗਾ ਕਿ ਸਾਡਾ ਜੀਵਨ ਸੁਖੀ ਹੋ ਜਾਵੇ। ਕਬੀਰ ਗੁਰ ਲਾਗਾ ਤਬ ਜਾਣੀਐ, ਮਿਟੈ ਮੋਹ ਤਨ ਤਾਪ। ਮੋਹ ਦਾ ਬੁਖਾਰ ਜਿਹੜਾ ਮੇਰੇ ਸਰੀਰ ਨੂੰ ਚੜਿਆ ਹੋਇਆ, ਉਹ ਮਿਟ ਜਾਵੇ। ਗੁਰੂ ਧਾਰਨ ਕਰਨ ਦਾ ਤਾਂ ਲਾਭ ਹੈ। ਕੀ ਸਾਡਾ ਬੁਖਾਰ ਲੈਂਦਾ? ਮੋਹ ਦਾ ਤਾਂ ਕੀ ਸਾਡਾ ਦੂਜਾ ਵੀ ਨਹੀਂ ਲੈਂਦਾ। ਤੇ ਲੈਂਦਾ ਤਾਂ ਨਹੀਂ ਕਿਉਂਕਿ ਆਪਾਂ ਬਚਨ ਨਹੀਂ ਮੰਨਦੇ ਨਾ। ਬਚਨ ਮੰਨੀਏ ਤੇ ਤਾਂ ਹੈ ਨਾ। ਬਚਨ ਮੰਨਣ ਨੂੰ ਜੀ ਨਹੀਂ ਕਰਦਾ ਕਿਸੇ ਦਾ। ਬਚਨ ਕੀ ਹੈਗਾ? ਕਰ ਇਸਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਆਪਾਂ ਅਰੋਗ ਹੋਣ ਦੀ ਕੋਸ਼ਿਸ਼ ਕਰੀਏ, ਮਨ ਕਰਕੇ ਵੀ, ਤਨ ਕਰਕੇ ਵੀ। ਫਿਰ ਦੁੱਖ ਦਾਰੂ ਸੁਖ ਰੋਗ ਪਿਆ। ਬਹੁਤੇ ਸੁਖੀ ਰਹਿਣ ਨਾਲ ਸਾਨੂੰ ਰੋਗ ਲੱਗਦੇ ਨੇ। ਸੁਖ ਰੋਗ ਪਿਆ ਤੇ ਦੁੱਖ ਦਾਰੂ ਹੋ ਗਿਆ। ਦੁੱਖ ਜਿਹੜਾ ਸੀ ਸਰੀਰ ਨੂੰ ਕਸ਼ਟ ਦਿੱਤਾ, ਉਹ ਦਵਾਈ ਬਣ ਗਈ। ਕਿਵੇਂ? ਵਰਜਿਸ਼ ਕੀਤੀ, ਧੁੱਪ 'ਚ ਗਏ, ਠੰਡ 'ਚ ਗਏ, ਆਪਣੇ ਸਰੀਰ ਨੂੰ ਕਸ਼ਟ ਦਿੱਤੇ, ਤੇ ਆਪੇ ਰੋਗ ਘੱਟ ਆਉਣਗੇ ਨਾ। ਉਹਦੇ ਨਾਲ ਸਾਡੀ ਪ੍ਰਤੀ ਸ਼ਕਤੀ ਵੱਧਦੀ ਹੈ। ਪ੍ਰਤੀ ਸ਼ਕਤੀ ਹੁੰਦੀ ਹੈ ਅੱਜ ਕੱਲ੍ਹ ਇਮਿਊਨਿਟੀ ਕਹਿੰਦੇ ਨੇ ਜਿਹਨੂੰ, ਤਾਂ ਕਿ ਬਾਹਰਲੇ ਰੋਗ ਸਾਨੂੰ ਬਾਕੀ ਦੇ ਫਿਰ ਛੇਤੀ ਛੇਤੀ ਨਹੀਂ ਲੱਗਦੇ। ਸੋ ਜੇ ਆਪਾਂ ਆਪਣੀ ਪ੍ਰਤੀ ਸ਼ਕਤੀ ਵਧਾਉਣੀ ਹੈ, ਇਮਿਊਨਿਟੀ ਵਧਾਉਣੀ ਹੈ, ਉਹਦੇ ਲਈ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਹੈ। ਦੁੱਖ ਦਾਰੂ ਸੁੱਖ ਰੋਗ ਪਿਆ। ਦੁੱਖ ਨੂੰ ਦਾਰੂ, ਉਹਦੇ ਵਾਸਤੇ ਵਰਜਿਸ਼ ਕਰਨੀ ਜ਼ਰੂਰੀ ਹੈ। ਸਰੀਰ ਨੂੰ ਗਰਮੀ ਸਰਦੀ 'ਚ ਲਿਜਾਣਾ ਜ਼ਰੂਰੀ ਹੈ, ਅਤੇ ਭੋਜਨ ਸੰਬੰਧੀ ਬੰਧਨ ਵਿੱਚ ਰਹਿਣਾ ਜ਼ਰੂਰੀ ਹੈ। ਸਤਿਗੁਰੂ ਜਗਜੀਤ ਸਿੰਘ ਜੀ ਬੜੀ ਕਿਰਪਾ ਕਰਦੇ ਸੀ। ਬੜੇ ਉੱਤਮ ਬਚਨ, ਉੱਤਮ ਤੱਤ ਪੂਰਵਕ ਤੱਥ ਕਿਰਪਾ ਕਰਕੇ ਸਮਝਾਉਂਦੇ ਸਨ। ਕਿ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਅੱਜ ਕੱਲ੍ਹ ਇਹ ਕਿਹਾ ਜਾਂਦਾ ਹੈ ਨਾ ਕਿ ਕੋਈ ਬੰਧਨ ਨਹੀਂ ਚਾਹੀਦਾ, ਮੈਨੂੰ ਕਿਸੇ ਤਰ੍ਹਾਂ ਦਾ ਕੋਈ ਬੰਧਨ ਨਹੀਂ ਚਾਹੀਦਾ। ਸੱਚੇ ਪਾਤਸ਼ਾਹ ਬਚਨ ਕੀਤਾ ਕਿ ਬੰਧਨ ਤੋਂ ਬਿਨਾਂ ਤਾਂ ਜੀਵਨ ਹੀ ਨਹੀਂ ਚੱਲਦਾ। ਕਿਵੇਂ? ਬਈ ਬੰਧਨ, ਜੇ ਅਸੀਂ ਖਾਣ ਦਾ ਬੰਧਨ ਨਹੀਂ ਰੱਖਾਂਗੇ, ਬਹੁਤਾ ਖਾ ਲਾਂਗੇ ਤਾਂ ਰੋਗੀ ਹੋਵਾਂਗੇ ਨਾ। ਫਿਰ ਰੋਗ ਦਾ ਬੰਧਨ ਹੋ ਗਿਆ। ਭਾਵੇਂ ਖਾਣ ਦਾ, ਭੋਜਨ ਦਾ ਬੰਧਨ ਕਰ ਲਓ ਤੇ ਭਾਵੇਂ ਰੋਗ ਦਾ ਬੰਧਨ ਲੈ ਲਓ, ਜਿਹੜਾ ਮਰਜ਼ੀ ਲੈ ਲਓ। ਇਹ ਤਾਂ ਆਪਣੇ ਤੇ ਹੈ ਨਾ ਕਿ ਅਸੀਂ ਚੰਗੇ ਪਦਾਰਥ ਛਕ ਕੇ ਅਰੋਗ ਰਹਿਣਾ, ਕਿ ਜਾਂ ਅਸਾਂ ਮਾੜੇ ਪਦਾਰਥ, ਭਾਵੇਂ ਉਹ ਸਵਾਦ ਹੀ ਨੇ, ਜਿਹੜੇ ਸਿਹਤ ਲਈ ਹਾਨੀਕਾਰਕ ਨੇ, ਉਹ ਛਕ ਕੇ ਆਪਾਂ ਰੋਗੀ ਹੋ ਕੇ ਡਾਕਟਰਾਂ ਨੂੰ ਪੈਸੇ ਦੇਣੇ ਨੇ ਤੇ ਆਇਆ ਕਰੀ ਜਾਣੀ, ਨਾਲੇ ਪਰਿਵਾਰ ਨੂੰ ਵਕਤ ਪਾਉਣਾ। ਇੱਕ ਬੰਧਨ ਤਾਂ ਰਹਿਣਾ, ਭਾਵੇਂ ਉਹ ਬੰਧਨ ਹੈ ਭਾਵੇਂ ਉਹ ਬੰਧਨ ਹੈ। ਇਸ ਕਰਕੇ ਬੰਧਨ ਤੋਂ ਪੂਰਾ ਛੁਟਕਾਰਾ ਇਸ ਜੀਵਨ ਦੇ ਵਿੱਚ ਨਹੀਂ ਹੁੰਦਾ। ਚੰਗੇ ਬੰਧਨ ਅਪਣਾਉਣੇ ਹੀ ਚਾਹੀਦੇ ਨੇ। ਸੰਜਮ ਵਿੱਚ ਰਹਿਣਾ ਚਾਹੀਦਾ ਹੈ। ਦੂਜੇ ਸ਼ਬਦਾਂ 'ਚ ਕਹਿ ਲਈਏ ਕਿ ਸੰਜਮ ਦਾ ਬੰਧਨ ਰੱਖਣਾ ਚਾਹੀਦਾ। ਸੋ ਸਾਧ ਸੰਗਤ ਜੀ,
ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ ਗੁਣ ਧਾਰਨ ਕਰੋ ਤੇ ਆਪਣੇ ਸਰੀਰ ਨੂੰ ਅਰੋਗ ਰੱਖੋ, ਆਪਣੇ ਮਨ ਨੂੰ ਵੀ ਅਰੋਗ ਰੱਖੋ ਤੇ ਇਹ ਜੀਵਨ ਸੁਖੀ ਜਿਓ। ਔਰ ਇਹ ਯਤਨ ਕਰੋ, ਮੰਨ ਕੇ ਚੱਲੋ ਕਿ ਅਸੀਂ ਮੁੜ ਕੇ ਜਨਮ ਨਹੀਂ ਧਾਰਨਾ, ਗੁਰੂ ਦੇ ਚਰਨੀ ਲੱਗਿਆ ਮੁੜ ਕੇ ਨਹੀਂ ਇਹ ਚੱਕਰ 'ਚ ਪੈਣਾ। ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਇਹਨਾਂ ਸ਼ਬਦਾਂ ਨਾਲ ਹੀ ਸਮਾਪਤ ਕਰਦਾ। ਸਤਿ ਕਰਤਾ, ਸਤਿ ਸ੍ਰੀ ਅਕਾਲ।